वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। सलोक संत उदरणं दयालं आसरं गोपाल कीर्तन निर्मलं संत संगेण ओट नानक परमेश्वर है। संत उदरणं दयालं आसरं गोपाल कीर्तन निर्मलं संत संगेण ओट नानक परमेश्वर चंदन चंद ना सरद रुत मूल ना मिटई काम शीतल थीवै नानका जपंदड़ो हर नाम पौड़ी चरण कमल की ओट उधरे सगल जन सुन प्रताप गोबिंद निर्भओ भये मन टोट न आवे मूल संचया नाम धन संत जना स्यों संग पाइए बड़े पुन आठ पहर हर ध्याए हर जस नित सुन संत जना स्यों संग पाइए बड़े पुन आठ पहर हर ध्याए हर जस नित सुन। वाहिगुरु जी का खालसा वाहिगुरु जी की फतेह। परम सत्कारयोग गुरु सवारी साध संगत जीओ, आप जी ਵੱਡੇ ਭਾਗਾਂ वाले हो जो कि आप जी ने अज दे ये पावन अमृतमयी बचन सतगुरु साहिब श्री गुरु रामदास जी दे दर तो अमृत वेले सोहने सिंघासन ते सुभाईमान प्रकाशवान हो के सतगुरु साहिब श्री गुरु ग्रंथ साहिब जी महाराज ने समुचे जगत ते समुची कायनात नूं
ਇਹ ਅੰਮ੍ਰਿਤਮਈ ਬਚਨਾਂ ਦੀ ਜੋ ਦਾਤ ਬਖਸ਼ਿਸ਼ ਕੀਤੀ ਹੈ, ਸੋ ਆਪਾਂ ਸਾਰਿਆਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਅੱਜ ਦੇ ਇਹ ਪਾਵਨ ਅੰਮ੍ਰਿਤਮਈ ਬਚਨ ਸਰਵਣ ਕੀਤੇ ਹਨ। ਜੈਤ ਸ੍ਰੀ ਦੀ ਵਾਰ ਦੇ ਵਿੱਚੋਂ ਸਤਿਗੁਰਾਂ ਜੀ ਦੇ ਅੱਜ ਪਾਵਨ ਮੁਖਵਾਕ ਆਏ ਹਨ। 17ਵੀਂ ਪੌੜੀ ਨਾਲ ਸ਼ਲੋਕਾਂ ਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਮੁਖਵਾਕ ਦੇ ਜਰੀਏ ਆਪਾਂ ਨੂੰ ਸਮਝਾਵਣਾ ਕਰ ਰਹੇ ਹਨ। ਭਾਈ ਸੰਤ ਕੀ ਹੈ ਤੇ ਸੰਤ ਦਾ ਧਨ, ਸੰਤ ਦੀ ਪ੍ਰਾਪਰਟੀ, ਪਾਤਸ਼ਾਹ ਨੇ ਅੱਜ ਦੇ ਇਹ ਭੇਦ ਖੋਲੇ ਹਨ ਇਸ ਪਾਵਨ ਮੁਖਵਾਕ ਦੇ ਜਰੀਏ। ਭਾਵ ਸੰਤ ਦੀ ਪ੍ਰਾਪਰਟੀ ਕੀ ਹੈ ਅਤੇ ਸੰਤ ਉਸ ਦੇ ਕੋਲ ਸੰਤੋਖ ਵੀ ਹੈ ਜਾਂ ਨਹੀਂ, ਦੋ ਗੱਲਾਂ ਹਨ। ਜਿਵੇਂ ਸਾਧ ਸੰਗਤ ਜੋ ਸੰਤ ਸ਼ਬਦ ਗੁਰੂ ਪਾਤਸ਼ਾਹ ਜੀ ਨੇ ਬਾਣੀ ਵਿੱਚ ਅਨੇਕਾਂ ਥਾਂ ਵਰਤਿਆ ਹੈ, ਅਨੇਕਾਂ ਹੀ ਥਾਂ ਬਾਣੀ ਦੇ ਵਿੱਚ ਸੰਤ ਦਾ ਜ਼ਿਕਰ ਆਉਂਦਾ ਹੈ, ਲੇਕਿਨ ਹਕੀਕਤ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਸ ਪਾਵਨ ਮੁਖਵਾਕ ਦੇ ਜਰੀਏ ਸਮਝਾਇਆ ਹੈ, ਭਾਈ ਸੰਤ ਦਾ ਇਹ ਅਰਥ ਨਹੀਂ ਕਿ ਅਸੀਂ ਬਹੁਤਾ ਧਨ ਇਕੱਠਾ ਕਰ ਲਈਏ, ਬਹੁਤੀਆਂ ਗੱਡੀਆਂ ਪੱਲੇ ਰੱਖ ਲਈਏ, ਵੱਡੇ ਡੇਰੇ ਬਣਾ ਲਈਏ ਤੇ ਮੁੜ ਕੇ ਆਪਣੇ ਨਾਮ ਦੇ ਅੱਗੇ ਜੇ ਸੰਤ ਲਾ ਲਈਏ, ਲੇਕਿਨ ਸੰਤ ਵਾਲਾ ਕੋਈ ਕਰਮ ਨਾ ਹੋਵੇ ਤੇ ਉਸ ਨੂੰ ਸੰਤ ਨਹੀਂ ਆਖਿਆ ਜਾਂਦਾ। ਸੰਤ ਤੇ ਹਕੀਕਤ ਵਿੱਚ ਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਪ੍ਰਮਾਣ ਕਰਦੇ ਨੇ, ਭਾਈ ਸੰਤ ਸਰਣ ਜੋ ਜਨ ਪਰੈ ਸੋ ਜਨ ਉਦਰਨਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸੁਖਮਨੀ ਸਾਹਿਬ ਦਾ ਸ਼ਲੋਕ। ਭਾਈ ਜਿਹੜਾ ਸੰਤਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ ਉਸ ਦਾ ਤੇ ਉਧਾਰ ਹੋ ਜਾਂਦਾ ਹੈ, ਉਹ ਤੇ ਦੁਨੀਆ ਦੇ ਆਵਾਗਮਨ ਤੋਂ ਮੁਕਤ ਹੋ ਜਾਂਦਾ ਹੈ। ਜੇ ਕਿਤੇ ਅਸੀਂ ਸੰਤ ਦੀ ਨਿੰਦਿਆ ਵੀ ਕਰ ਲਈਏ ਤੇ ਫਿਰ ਸਾਧ ਸੰਗਤ ਜੋ ਅਸੀਂ ਨਰਕਾਂ ਦੇ ਭਾਗੀ ਬਣ ਜਾਂਦੇ ਹਾਂ। ਸੋ ਇਸ ਪਾਵਨ ਮੁਖਵਾਕ ਦੇ ਵਿੱਚ ਇਹ ਸਮਝਾਇਆ ਹੈ ਕਿ ਹਕੀਕਤ ਵਿੱਚ ਸੰਤ ਕੀ ਹੈ, ਸੰਤ ਦੀ ਪ੍ਰਾਪਰਟੀ ਕੀ ਹੈ, ਸੰਤ ਦਾ ਧਨ ਕਿਹੜਾ ਹੈ ਤੇ ਸੰਤ ਆਖਿਆ ਕਿਹਨੂੰ ਹੈ। ਸੋ ਸਾਧ ਸੰਗਤ ਜੋ ਆਪਾਂ ਸਾਰੇ ਇਸ ਪਾਵਨ ਮੁਖਵਾਕ ਦੀ ਵਿਚਾਰ ਨਾਲ ਸਾਂਝ ਕਰਨੀ ਹੈ, ਉਸ ਤੋਂ ਪਹਿਲਾਂ ਆਪਾਂ ਸਾਰੇ ਹੀ ਆਪੋ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰੀਏ। ਪਾਵਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੀਏ ਤੇ ਸੁਰਤ ਨੂੰ ਸ਼ਬਦ ਨਾਲ ਜੋੜਨ ਦਾ ਯਤਨ ਕਰੀਏ, ਤਾਂ ਇਹ ਜਿਹੜੀ ਬਾਣੀ ਹੈ ਸਾਡੇ ਅੰਦਰ ਸਮਾ ਸਕਦੀ ਹੈ। ਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ ਹੈ, ਇਹ ਬਾਣੀ ਜੋ ਜਿਉ ਜਾਣੈ ਜਿਸ ਅੰਤਰ ਰਵੈ ਹਰਨਾਮਾ। ਭਾਵ ਜਿਨ੍ਹਾਂ ਦੇ ਅੰਦਰ ਇਹ ਬਾਣੀ ਰਚ ਜਾਂਦੀ ਹੈ, ਰਮ ਜਾਂਦੀ ਹੈ, ਵਸ ਜਾਂਦੀ ਹੈ, ਉਹਨਾਂ ਦੀ ਅੰਤਰਲੀ ਆਤਮਾ ਜਿਹੜੀ ਹੈ ਹਰ ਵੇਲੇ ਪ੍ਰਭੂ ਦਾ ਹੀ ਸ਼ੁਕਰਾਨਾ ਕਰਦੀ ਹੈ। ਸੋ ਸਾਰੇ ਹੀ ਆਪਾਂ ਨੇ ਇੱਕ ਵਾਰੀ ਰਸਨਾ ਨੂੰ ਜ਼ਰੂਰ ਪਵਿੱਤਰ ਕਰਨਾ ਹੈ, ਕਿਉਂਕਿ ਰਸਨਾ ਪਵਿੱਤਰ ਹੋਵੇਗੀ ਤਾਂ ਹੀ ਉਹ ਸਾਡਾ ਹਿਰਦਾ ਜਿਹੜਾ ਮਨ ਹੈ ਉਹ ਸੁੱਧ ਹੋ ਸਕਦਾ ਹੈ। ਜਿਵੇਂ ਸਮਝਣ ਦੇ ਤੌਰ ਤੇ ਉਦਾਹਰਣ ਟੁਕ ਮਾਤਰ ਕਿ ਘਰ ਦੇ ਵਿੱਚ ਚੰਗੇ ਪਕਵਾਨ ਬਣੇ ਹੋਣ, ਚੰਗੇ ਪਦਾਰਥ ਬਣੇ ਹੋਣ ਤੇ ਇਨਸਾਨ ਬਾਹਰ ਬਾਜ਼ਾਰਾਂ ਵਿੱਚ ਘੁੰਮਦਾ ਰਵੇ, ਉਹ ਉਸ ਦੀ ਭੁੱਖ ਨਹੀਂ ਮਿਟਾ ਸਕਦੇ ਜਦੋਂ ਤੱਕ ਉਹ ਉਹਨਾਂ ਪਕਵਾਨਾਂ ਨੂੰ ਨਾ ਖਾਵੇ, ਉਦੋਂ ਤੱਕ ਉਹਨਾਂ ਦਾ ਆਨੰਦ ਨਹੀਂ ਮਿਲ ਸਕਦਾ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭਾਈ ਜੇ ਆਨੰਦ ਵਿੱਚ ਰਮਣਾ ਹੈ, ਆਨੰਦ ਦਾ ਆਨੰਦ ਪ੍ਰਾਪਤ ਕਰਨਾ ਹੈ ਤੇ ਫਿਰ ਸਾਨੂੰ ਵਾਹਿਗੁਰੂ ਸ਼ਬਦ ਉਚਾਰਨਾ ਪਵੇਗਾ। ਜਦੋਂ ਅਸੀਂ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਾਂਗੇ ਤੇ ਸਾਨੂੰ ਅੰਦਰੋਂ ਆਨੰਦ, ਤ੍ਰਿਪਤੀ, ਸੰਤੋਖ ਪ੍ਰਾਪਤ ਹੋਵੇਗਾ। ਸੋ ਇਸ ਪਾਵਨ ਮੁਖਵਾਕ ਦੀ ਵਿਚਾਰ ਨਾਲ ਆਪਾਂ ਜੋੜਨ ਦਾ ਯਤਨ ਕਰੀਏ ਤੇ ਇੱਕ ਵਾਰੀ ਆਖੀਏ ਜੀ,
सतनाम श्री वाहिगुरु साहिब जीओ। सलोक संत उदरण दयालं आसरं गोपाल कीर्तन। भाई इस पावन मुखवाग की पहली तुक का आप आखिरी शब्द आखिरी अर्थ समझण का यतन करिए। जो संत जन गोपाल प्रभु के कीर्तन नूं अपने जीवन का सहारा बना लेंदे हन, जिन्हां दे कोल परमात्मा दे नाम का धन है, जिन्हां दे पल्ले उस हरि मालिक वाहिगुरु दे नाम का धन है, वो कदे भी अपने आप नूं अहंकार विच नहीं बोलते। वो हमेशा ही निमन रहिंदे हन। निमन सो अखर खमन गुण, कमन सो वणिया मंत। ए त्रै भैणे विस वैस कर, तां बस आवे कंत। ए त्रै भैणे विस कर, तां बस आवे कंत। भाव उस मालक नूं जे खुश करना है तो तेरे जीवन दे विच तीन गल्लां बहुत जरूरी हन। उस परमात्मा का नाम दा सहारा लैके संसार विच विचर, मन नूं नीमा कर ते इस रसना तो मिठे बचन मिठे बोल बोल। सो साध संग जो पहली तुक दे आखिरी अर्थ ये हैं, जो संत जन गोपाल प्रभु दे कीर्तन नूं अपने जीवन का सहारा बना लेंदे हन। जिहड़े महापुरख संत जन जिन्हां ने अपना जीवन ही प्रभु दे लेखे ला दिता होवे, परमात्मा दे नाम दा ही धन इकत्तर कीता होवे ते परमात्मा दे नाम दा ही सारा रखण, परमात्मा दे नाम दा ही सारा बना लेंदे हन। दयाल प्रभु उन्हां संतां नूं इस माया दी तपस तो बचा लेंदा है। संत दे कोल साध संग जो सत होना चाहिए है, सच होना चाहिए है, तो इस दे नाल नाल संत दे कोल संतोख भी होना चाहिए है। जे सत है संतोख है तां ते साडा बेड़ा जिहड़ा है वो पार भव लग भाव भवसागर तो पार हो सकता है। ते संत उसे नूं आख्या गया है, भाई जिस दे कोल सत है, जिस दे कोल सच है, जिस दे कोल संतोख है। महापुरुष सुनाया करते सन, एक फकीर साईं अपने चेलियां दे नाल संत दा अर्थ समझाउंदे सन। अपने चेलियां दे नाल मक्के दी भाव हज दी यात्रा ते तुरदा है। ते महापुरुष ये भी समझाउंदे सन, भाई ये जिहड़ी गाथा है ये अरब देशां दी है, ते उत्थे पानी दी बहुत घाट सी उस वेले। हुण भी पानी दी बहुत घाट है। कुछ समा पहले ना ते चंगे राह सन। संत अपने चेलियां दे नालों तुरदे हन। जो घरों अन्न पानी प्रसादा छकिया उहिओ छकिया होया, ते 2 दिन हो गए हन, ना पानी मिलिया ते ना अन्न मिलिया। लेकिन जदों संध्या वेले राह दे विच उन्हां महापुरखां फकीर साईं ने अपना सफ़र रोकिया ते अपने सागरद अपने चेलियां नूं इकट्ठियां कीतिया ते आख्या, भाई चलो उस अल्लाह ताला दी इबादत कर लईए, उस परमात्मा दी इबादत कर लईए कि अल्लाह ताला तू बड़ी बख्शिश कीती, बड़ी मेहर कीती है कि तेरे नाम दा आनंद ही आनंद है। ते जेड़े चेले सन उन्हां दा सबर दा जेड़ा भांडा सी वो भर गया। ते आखण लगे, फकीर साईं हुण ते तुसी हद ही कर दित्ती है, इस दे विच की अल्लाह ताला दा शुक्र है। 2 दिन हो गए हैं ते ना पानी नसीब होया है
ਤੇ ਨਾ ਅੰਨ ਪ੍ਰਾਪਤ ਹੋਇਆ। ਫਿਰ ਵੀ ਤੁਸੀਂ ਆਖ ਰਹੇ ਹੋ ਅੱਲਾਹ ਤਾਲਾ ਦਾ ਸ਼ੁਕਰ ਕਰੀਏ। ਤੇ ਮਹਾਂਪੁਰਸ਼ ਉੱਤੇ ਸਮਝਾਉਂਦੇ ਨੇ, ਭਲਿਓ ਇਸ ਦੇ ਵਿੱਚ ਵੀ ਉਸ ਦੀ ਰਜ਼ਾ ਹੈ, ਉਸ ਦੀ ਮੌਜ ਹੈ। ਸੋ ਸੰਤ ਦਾ ਇਹੋ ਜਿਹਾ ਆਚਰਣ ਹੋਣਾ ਚਾਹੀਦਾ, ਉਸ ਦੇ ਕੋਲ ਸੱਤ ਵੀ ਹੋਣਾ ਚਾਹੀਦਾ ਤੇ ਉਸ ਦੇ ਕੋਲ ਸਬਰ ਸੰਤੋਖ ਵੀ ਹੋਣਾ ਚਾਹੀਦਾ। ਸੋ ਇਹੋ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਨੂੰ ਸਮਝਾਇਆ ਹੈ ਇਸ ਪਾਵਨ ਮੁਖਵਾਕ ਦੇ ਵਿੱਚ। ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਰੈ। ਭਾਵ ਜਿਵੇਂ ਉਹ ਆਪਣੇ ਭਗਤਾਂ ਨੂੰ, ਆਪਣੇ ਪਿਆਰਿਆਂ ਨੂੰ ਮਾਇਆ ਦੀ ਤਪਸ ਤੋਂ ਬਚਾ ਲੈਂਦਾ ਹੈ, ਸੋ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਉਹਨਾਂ ਸੰਤਾਂ ਦੀ ਸੰਗਤ ਕੀਤਿਆਂ ਜੀਵ ਇਨਸਾਨ ਪਵਿੱਤਰ ਹੋ ਜਾਈਦਾ ਹੈ। ਜੇ ਭਲੇ ਪੁਰਖ ਦੀ ਸੰਗਤ ਕਰਾਂਗੇ, ਭਲੇ ਪੁਰਖ ਦਾ ਸੰਗ ਕਰਾਂਗੇ ਤੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਭਾਈ ਇਹੋ ਜਿਹਿਆਂ ਦਾ ਸੰਗ ਕੀਤਿਆਂ ਵੀ ਜਿਹੜੀ ਅੰਦਰ ਸਾਡੀ ਆਤਮਾ ਹੈ ਉਹ ਪਵਿੱਤਰ ਹੋ ਜਾਂਦੀ ਹੈ। ਤੇ ਗੁਰੂ ਪਾਤਸ਼ਾਹ ਜੀ ਗੁਰੂ ਅਰਜਨ ਮਹਾਰਾਜ ਵੱਡੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਦੀ ਮੋਹਰ ਲਾ ਕੇ ਸਮਝਾ ਰਹੇ ਨੇ, ਨਾਨਕ ਤੂੰ ਪੀ ਅਜਿਹੇ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਪਰਮੇਸ਼ਰ ਦਾ ਨਾਮ ਸਿਮਰਿਆ ਕਰ। ਪਰਮਾਤਮਾ ਦੇ ਜਿਹੜੇ ਪਰਮਾਤਮਾ ਨਾਲ ਜੁੜੇ ਹੋਏ ਭਲੇ ਪੁਰਖ ਹਨ ਉਹਨਾਂ ਦਾ ਪੱਲਾ ਫੜ, ਤਾਂ ਕਿ ਤੇਰੇ ਜੀਵਨ ਵਿੱਚ ਵੀ ਸਤ ਸੰਗ ਕਾਇਮ ਹੋ ਸਕੇ। ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ। ਪਾਤਸ਼ਾਹ ਜੀ ਫਰਮਾਨ ਕਰਦੇ ਨੇ ਭਾਈ ਭਾਵੇਂ ਚੰਦਨ ਦਾ ਲੇਪ ਕੀਤਾ ਹੋਵੇ, ਚਾਹੇ ਚੰਦਰਮਾ ਦੀ ਚਾਨਣੀ ਹੋਵੇ ਅਤੇ ਭਾਵੇਂ ਠੰਡੀ ਰੁੱਤ ਹੋਵੇ, ਇਹਨਾਂ ਦੇ ਰਾਹੀਂ ਮਨ ਦੀ ਜਿਹੜੀ ਤਪਸ ਹੈ ਉਹ ਘਟ ਨਹੀਂ ਸਕਦੀ, ਉਹ ਮੁੱਕ ਨਹੀਂ ਸਕਦੀ। ਉਹ ਜਿਹੜੀ ਤਪਸ ਹੈ ਉਹ ਕਾਹੀ ਮਿਟ ਨਹੀਂ ਸਕਦੀ। ਲੇਕਿਨ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਭਾਈ ਜੇ ਇਸ ਤਪਸ ਨੂੰ ਤੂੰ ਖਤਮ ਕਰਨਾ ਚਾਹੁੰਦਾ ਹੈ ਤੇ ਫਿਰ ਜੇ ਤਪਸ ਖਤਮ ਕਰਨੀ ਹੈ ਤੇ ਫਿਰ ਪ੍ਰਭੂ ਦੇ ਭਾਣੇ ਨੂੰ ਸਤ ਕਰਕੇ ਮੰਨ ਲੈ, ਪ੍ਰਭੂ ਦੀ ਰਜ਼ਾ ਵਿੱਚ ਆ ਜਾ। ਫਿਰ ਇਹ ਜਿਹੜੀ ਅੰਦਰਲੀ ਜਿਹੜੀ ਮਾਇਆ ਦੀ ਤਪਸ ਹੈ ਨਾ, ਇਹ ਤੇਰੀ ਤਪਸ ਆਨੰਦ ਵਿੱਚ ਬਦਲ ਜਾਵੇਗੀ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਪਾਤਸ਼ਾਹ ਜੀ ਨੇ ਇੱਥੇ ਸਪਸ਼ਟ ਕਰਕੇ ਸਮਝਾਇਆ ਭਾਈ। ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਦੀ ਮੋਹਰ ਲਾ ਕੇ ਸਮਝਾ ਰਹੇ ਨੇ, ਨਾਨਕ ਪ੍ਰਭੂ ਦੇ ਨਾਮ ਦਾ ਸਿਮਰਨ ਹੀ ਮਨੁੱਖ ਦਾ ਮਨ ਸ਼ਾਂਤ ਕਰਾ ਸਕਦਾ ਹੈ ਤੇ ਪ੍ਰਭੂ ਦੇ ਨਾਮ ਦੇ ਵਿੱਚ ਹੀ ਉਹ ਸ਼ਕਤੀ ਹੈ, ਉਹ ਸ਼ਾਂਤੀ ਹੈ ਕਿ ਸਾਡਾ ਜਿਹੜਾ ਮਨ ਇੱਧਰ ਉੱਧਰ ਭਟਕਦਾ ਹੈ ਉਹ ਮਨ ਇੱਕ ਥਾਂ ਪ੍ਰਭੂ ਦੇ ਨਾਮ ਦੇ ਵਿੱਚ ਲੀਨ ਹੋ ਸਕਦਾ ਹੈ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਭਾਵ ਪਰਮਾਤਮਾ ਦੇ ਨਾਮ ਦਾ ਓਟ ਆਸਰਾ ਲਿਆ ਹੀ ਸਾਡੇ ਅੰਦਰ ਦੀ ਤਪਸ ਜਿਹੜੀ ਹੈ ਉਹ ਮੁੱਕ ਸਕਦੀ ਹੈ, ਉਹ ਖਤਮ ਹੋ ਸਕਦੀ ਹੈ। ਨਹੀਂ ਤੇ ਹੋਰ ਕੋਈ ਜਰੀਆ ਨਹੀਂ ਇਹ ਅੰਦਰ ਦੀ ਤਪਸ ਖਤਮ ਹੋ ਸਕੇ। ਹਾਂ, ਲੇਕਿਨ ਦਿਨੋਂ ਦਿਨੋਂ ਸਾਡੀ ਤਪਸ ਜਿਹੜੀ ਹੈ ਉਹ ਵੱਧਦੀ ਜਾਂਦੀ ਹੈ। ਜਿੰਨੀ ਇਨਸਾਨ ਕੋਲ ਮਾਇਆ ਵੱਧ ਹੁੰਦੀ ਜਾਂਦੀ ਹੈ ਉਨਾ ਇਨਸਾਨ ਅਹੰਕਾਰੀ ਤੇ ਉਨਾ ਹੀ ਇਨਸਾਨ ਗੁਰੂ ਤੋਂ ਮਨਮੁਖ ਹੋ ਜਾਂਦਾ ਹੈ। ਲੇਕਿਨ ਜਦੋਂ ਉਸ ਨੂੰ ਇਹ ਸਮਝ ਆ ਗਈ ਕਿ ਮਨ ਦੀ ਜੇ ਸ਼ਾਂਤੀ ਪ੍ਰਾਪਤ ਕਰਨੀ ਹੈ ਤੇ ਗੁਰੂ ਦੀ ਸਾਧ ਸੰਗਤ ਵਿੱਚ ਆ ਕੇ ਪਰਮਾਤਮਾ ਦਾ, ਪਰਮੇਸ਼ਰ ਦਾ ਨਾਮ ਸਿਮਰਨਾ ਪਵੇਗਾ, ਤਾਂ ਹੀ ਉਹ ਸਾਡਾ ਮਨ ਜਿਹੜਾ ਹੈ ਉਹ ਨਿਮਰਤਾ ਵਿੱਚ ਆ ਸਕਦਾ ਹੈ। ਪੌੜੀ
चरण कमल की ओट, उदरे सगल जन। पातशाह जी फरमान करते ने, भाई चरण कमल का आसरा दीनू। प्रभ आप प्रभु दे सोहने चरना दा आसरा लैके सारे जीव दुनिया दी जिहड़ी तपस है वो परमात्मा दे चरना दा ध्यान धर के, परमात्मा दे नाम दा सिमरन जप के, परमात्मा दे चरना नूं अंदर टिका के उस तपस तो बचिया जा सकता है। सुन प्रताप गोबिंद, निरपौ भये मन। गोबिंद दी वडियाई सुन के बंदगी वालियां दे मन निडर हो जाते हैं। उन्हां दे मन विच किसी प्रकार का कोई डर, कोई भै नहीं रहिंदा। वो परमात्मा दा नाम जपदे हन, परमात्मा दे नाम दा सिमरन करदे हन ते उन्हां दे अंदरों सारा भै मुक जांदा है। क्यों? क्योंकि वो निरभौ नाल जुड़ जाते हैं। जिहड़ा निरभौ, जिसनूं किसी दा भै नहीं, जदों असीं सचमुच उस दे नाल जुड़ गए ते साडे अंदर दा भी दुख, साडे अंदर दा भै गुरु ने खत्म कर दिता। टोट ना आवे मूल, संचया नाम धन। वो प्रभु दा नाम धन इकट्ठा करते हैं अते उस धन विच कदे कोई घाटा नहीं पैंदा। वो जिहड़ा परमात्मा दे नाम दा धन है वो सगों दिनों दिनी वधदा जांदा है। सो पातशाह फरमान करदे ने, भाई जिहड़े भले पुरख संत जन हन वो ते सिर्फ परमात्मा दे नाम दा ही धन इकट्ठा करदे रहिंदे हन। जिवें टोट ना आवे मूल, संचया नाम धन। उन्होंने ते सच्चा भाव परमात्मा दा नाम धन ही इकट्ठा कीता है। संत जना स्यों संग, पाइए बड़े पुन। पातशाह जी फरमान करते ने, भाई अजे गुरमुखां दी संगत बड़े भागां नाल मिलदी है। संत जना मिल हर जस गायो, कोट जन्म के दुख गवायो। जो चाहत सो ही मन पायो, कर कृपा हर नाम दिवायो। सर्व सुख हर नाम वडाई, गुरु प्रसाद नानक मत पाई। भाव पातशाह जी ने स्पष्ट कर दिता, भाई जे चंगे भाग होण तां गुरमुखां दी संगत मिलदी है। भाव गुरमुखां दी संगत बड़े भागां नाल प्राप्त हुंदी है। ये संत जना अठे पैर प्रभु नूं सिमरदे रहिंदे हन, सदा प्रभु दा जस सुनदे रहिंदे हन। इहो गुरबाणी, इहो बाणी दा उपदेश है। आठ पहर हर ध्याए, हर जस नित सुन। पातशाह जी फरमान करते हैं, भाई अठे पैर हरि प्रभु परमात्मा दे नाम दा ध्यावना कर, उस दे नाम दी वडियाई कर। ओ मालिक दा नाम ही तेरे सारे दुखों नूं दूर कर देवेगा। परमात्मा दे नाम दे विच ही वो ताकत, वो शक्ति है कि तेरा मन जिहड़ा परमात्मा नालों टुटिया होया है, हरि नालों टुट गया, वो मालिक दे नाम सिमरिया फिर मालिक अपने आप नाल जोड़ लैंदा है। सो अज दे पावन मुखवाक दे विच गुरु अर्जन पातशाह जी ने सानू एक कुछ समझाया है। सो सतसंग जो दासां पासों अज दे पावन मुखवाक दी विचारां करदियां बेअंत भुल्लां गलतियां हो गईयां होणगीਆਂ, गुरु अते गुरु दी संगत बख्शण जोग है। सो बेनती है, जे किसी माई भाई दा कोई भी चंगा सुझाव होवे, जो दास नाल सांझ करना चाहुंदा होवे, सो सतसंग जो ये दास दा इंडिया दा नंबर है, इस नंबर ते आप जी दास नाल संपर्क कर सकते हो। जदों मर्जी दास नाल इस नंबर ते गलबात कर सकते हो। 8750 10 6375
ਇਹ ਦਾਸ ਦਾ ਨੰਬਰ ਹੈ, ਜਾਂ ਆਪ ਜੀ ਚੱਕ ਦੇ ਟੀਵੀ ਦੀ ਵੈਬਸਾਈਟ ਤੇ ਆਪਣਾ ਚੰਗਾ ਸੁਝਾਅ ਦੇ ਸਕਦੇ ਹੋ। ਸੋ ਸਾਧ ਸੰਗਤ ਜੀਓ, ਅੱਜ ਦੇ ਪਾਵਨ ਮੁਖਵਾਕ ਦੀ ਵਿਚਾਰਾਂ ਕਰਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਾਣੀ ਗੁਰੂ ਦੀ ਹੈ, ਭੁੱਲਾਂ ਦਾਸ ਦੀਆਂ ਹਨ। ਬਾਣੀ ਪੱਲੇ ਬਖ ਲਿਓ ਤੇ ਭੁੱਲਾਂ ਦਾਸ ਦੀਆਂ ਝੋਲੀ ਪਾ ਦਿਓ। ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।